ਬਿਮਾਰੀਆਂ ਨੂੰ ਠੀਕ ਕਰਨ ਵਾਸਤੇ ਦੇਖਦੇ ਹਾਂ ਅਸੀਂ ਆਮ ਤੌਰ ਤੇ ਡਾਕਟਰ ਨੇ ਜਿਹੜੇ ਐਂਟੀਬਾਇਓਟਿਕਸ ਦਿੰਦੇ ਨੇ ਤੇ ਉਸ ਤੋਂ ਬਾਅਦ ਦੇਖਿਆ ਜਾਵੇ ਤਾਂ ਹਰ ਜਗ੍ਹਾ ਤੇ ਐਂਟੀਬਾਇਓਟਿਕਸ ਦਾ ਜਿਹੜਾ ਇਸਤੇਮਾਲ ਆ ਉਹ ਇਸ ਕਦਰ ਵੱਧ ਚੁੱਕਿਆ ਹੈਗਾ ਕਿ ਕੋਈ ਵੀ ਬਿਮਾਰੀ ਠੀਕ ਕਰਨੀ ਹੈ ਤਾਂ ਦਵਾਈਆਂ ਖਾਣੀਆਂ ਪੈਂਦੀਆਂ ਨੇ। ਪਰ ਹੌਲੀ ਹੌਲੀ ਹੁਣ ਹਾਲਾਤ ਅਜਿਹੇ ਵੀ ਬਣਦੇ ਜਾਂਦੇ ਨੇ ਕਿ ਐਂਟੀਬਾਇਓਟਿਕਸ ਜਿਹੜਾ ਇੰਨਾ ਜ਼ਿਆਦਾ ਖਾਣ ਤੋਂ ਬਾਅਦ ਕਿ ਆਖਿਰ ਉਹ ਵੀ ਕਈ ਵਾਰ ਅਸੀਂ ਦੇਖਿਆ ਕਿ ਡਾਕਟਰ ਕਹਿ ਦਿੰਦੇ ਨੇ ਜਦੋਂ ਕਿ ਹੁਣ ਕੋਈ ਦਵਾਈ ਕੰਮ ਨਹੀਂ ਕਰ ਰਹੀ ਤਾਂ ਉਹਦਾ ਕਾਰਨ ਇਹੀ ਹੁੰਦਾ ਹੈ ਕਿ ਦਵਾਈਆਂ ਵੀ ਕੰਮ ਕਰਨੋਂ ਛੱਡ ਦਿੰਦੀਆਂ ਹੈਗੀਆਂ ਨੇ। ਪਰ ਇਹਨਾਂ ਚੀਜ਼ਾਂ ਦੇ ਵਿੱਚ ਹੀ ਜੇ ਕਿਹਾ ਜਾਵੇ ਤਾਂ ਨਵੀਆਂ ਖੋਜਾਂ ਵੀ ਹੋ ਰਹੀਆਂ ਹੈਗੀਆਂ ਨੇ। ਪੰਜਾਬ ਯੂਨੀਵਰਸਿਟੀ ਦੇ ਮਾਈਕਰੋਬਾਇਓਲੋਜੀ ਦੇ ਪ੍ਰੋਫੈਸਰ ਸੰਜੇ ਛਿੱਬੜ ਵੱਲੋਂ ਜਿਹੜੀ ਇੱਕ ਸਟੱਡੀ ਕੀਤੀ ਗਈ ਆ ਉਹਦੇ ਵਿੱਚ ਹੁਣ ਨਵਾਂ ਇਹ ਰਹਿਣ ਵਾਲਾ ਹੈ ਕਿ ਜਿਸ ਤਰ੍ਹਾਂ ਨਾਲ ਸਾਡੇ ਸਰੀਰ ਤੇ ਕੋਈ ਜ਼ਖਮ ਹੋ ਜਾਂਦਾ ਹੈ ਤਾਂ ਉਸ ਜ਼ਖਮ ਨੂੰ ਠੀਕ ਕਰਨ ਵਾਸਤੇ ਜੇਕਰ ਕੋਈ ਐਂਟੀਬਾਇਓਟਿਕ ਵੀ ਕੰਮ ਨਹੀਂ ਕਰ ਰਿਹਾ, ਯਾਨੀ ਕਿ ਆਪਾਂ ਆਮ ਤੌਰ ਤੇ ਦੇਖਦੇ ਹਾਂ ਕੋਈ ਸੱਟ ਲੱਗ ਜਾਂਦੀ ਹੈ ਤਾਂ ਪੱਟੀ ਤਾਂ ਹੁੰਦੀ ਹੈ, ਡਰੈਸਿੰਗ ਹੁੰਦੀ ਹੈ, ਪਰ ਦਵਾਈਆਂ ਵੀ ਖਵਾਈ ਜਾਂਦੀਆਂ ਨੇਗੀਆਂ। ਪਰ ਜੇਕਰ ਕੋਈ ਦਵਾਈ ਵੀ ਕੰਮ ਕਰਨਾ ਛੱਡ ਚੁੱਕੀ ਹੈ ਫਿਰ ਵੀ ਉਸ ਜ਼ਖਮ ਨੂੰ ਠੀਕ ਕੀਤਾ ਜਾ ਸਕੇਗਾ। ਇਹ ਪੂਰੀ ਸਟੱਡੀ ਕੀ ਹੈ, ਸੰਜੇ ਛਿੱਬੜ ਸਾਡੇ ਨਾਲ ਨੇ, ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਛਿੱਬੜ ਸਾਹਿਬ, ਦੇਖਿਆ ਜਾਵੇ ਐਂਟੀਬਾਇਓਟਿਕਸ ਨੂੰ ਤਾਂ ਸ਼ਾਇਦ ਹੁਣ ਅਨਪੜ੍ਹ ਲੋਕ ਵੀ ਸਮਝਣ ਲੱਗ ਗਏ ਨੇ ਕਿ ਆਖਿਰ ਕੀ ਦਵਾਈਆਂ ਹੁੰਦੀਆਂ ਨੇ, ਬਹੁਤ ਜ਼ਿਆਦਾ ਇਸਤੇਮਾਲ ਉਹਨਾਂ ਦਾ ਵੱਧ ਗਿਆ ਹੈ। ਪਹਿਲਾਂ ਤਾਂ ਕੀ ਦੇਖਦੇ ਹੋ ਕਿ ਉਹਨਾਂ ਦੇ ਨਾਲ ਹੁਣ ਖਤਰਾ ਕੀ ਪੈਦਾ ਹੋ ਗਿਆ ਅੱਗੇ ਦੇ ਵਾਸਤੇ, ਭਵਿੱਖ ਦੇ ਵਾਸਤੇ? ਇੱਦਾਂ ਦੀ ਹੈਗੀ ਕਿ ਅਸੀਂ ਜਿਹੜਾ ਸਾਡਾ ਬੈਕਟੀਰੀਆ ਹੈਗਾ ਜਿਹੜਾ ਇਨਫੈਕਸ਼ਨ ਕਾਜ਼ ਕਰਦਾ ਹੈਗਾ ਔਰ ਜਿਹਦੇ ਕਰਕੇ ਬਿਮਾਰੀ ਹੁੰਦੀ ਹੈਗੀ ਹੈ ਉਹਨੂੰ ਅਸੀਂ ਐਂਟੀਬਾਇਓਟਿਕ ਨਾਲ ਟ੍ਰੀਟ ਕਰਦੇ ਸੀਗੇ। ਪਰ ਪਿਛਲੇ ਸਾਲਾਂ 'ਚ ਕੀ ਹੋਇਆ, ਕਈ ਸਾਲਾਂ 'ਚ, ਕਿ ਅਸੀਂ ਉਹਨਾਂ ਨੂੰ ਜ਼ਿਆਦਾ ਐਕਸਪੋਜ਼ ਕਰਤਾ ਹੈਗਾ ਬੈਕਟੀਰੀਆ ਨੂੰ ਐਂਟੀਬਾਇਓਟਿਕਸ ਨੂੰ, ਜਿਹਦੇ ਕਰਕੇ ਕਿ ਬੈਕਟੀਰੀਆ ਨੇ ਉਹਦੇ ਅਗੇਂਸਟ ਰੈਸਿਸਟੈਂਸ ਡਿਵੈਲਪ ਕਰ ਲਈ ਹੈ। ਹੁਣ ਹੁੰਦਾ ਕੀ ਹੈ ਵੀ ਜਦੋਂ ਤੁਸੀਂ ਬਿਮਾਰ ਹੋਇਆ ਔਰ ਉਹ ਡਰਗ ਰੈਸਿਸਟੈਂਟ ਨੂੰ ਅਸੀਂ ਕਹਿੰਦੇ ਨੇ ਜਾਂ ਐਂਟੀਬਾਇਓਟਿਕ ਰੈਸਿਸਟੈਂਟ ਕਹਿੰਦੇ ਆ, ਜੇ ਇਸ ਆਰਗੈਨਿਜ਼ਮ ਨਾਲ ਇਨਫੈਕਸ਼ਨ ਹੋ ਗਿਆ ਤੇ ਬੰਦਾ ਐਂਟੀਬਾਇਓਟਿਕ ਦੇ ਨਾਲ ਟ੍ਰੀਟਮੈਂਟ ਦਿਓਗੇ ਤੇ ਸਕਸੈਸਫੁਲ ਨਹੀਂ ਹੁੰਦਾ। ਕਈ ਵਾਰੀ ਐਸੀ ਸਿਚੁਏਸ਼ਨ ਆ ਜਾਂਦੀ ਹੈ ਡਾਕਟਰਸ ਕੋਲ ਕਿ ਕੋਈ ਵੀ ਐਂਟੀਬਾਇਓਟਿਕ ਵਰਕ ਨਹੀਂ ਕਰਦੀ ਹੈ। ਸੋ ਐਸੀ ਸਿਚੁਏਸ਼ਨ 'ਚ ਸਾਇੰਟਿਸਟ ਨੇ ਦੇਖਿਆ ਕਿ ਵੀ ਅਸੀਂ ਕੋਈ ਆਲਟਰਨੇਟ ਸਟ੍ਰੈਟਜੀ ਦੇਖੀਏ, ਕੋਈ ਹੋਰ ਮੀਨਸ ਦੇਖੀਏ ਜਿਹਦੇ ਨਾਲ ਅਸੀਂ ਇਹਨੂੰ ਖਤਮ ਕਰ ਸਕੀਏ ਬੈਕਟੀਰੀਅਲ ਇਨਫੈਕਸ਼ਨ ਨੂੰ। ਤੇ ਉਹਦੇ ਲਈ ਇੱਕ ਸਟ੍ਰੈਟਜੀ ਜਿਹੜੀ ਹੈਗੀ ਉਹ ਹੈਗੀ ਹੈ ਬੈਕਟੀਰੀਓਫਾਜ ਥੈਰੇਪੀ। ਬੈਕਟੀਰੀਓਫਾਜਿਸ ਕੀ ਨੇ? ਬੈਕਟੀਰੀਓਫਾਜਿਸ ਨੇ ਜਿਹੜੇ ਵਾਇਰਸਿਸ ਨੇ ਬੈਕਟੀਰੀਆ ਦੇ। ਸਾਡੇ ਵਾਇਰਸਿਸ, ਹਿਊਮਨ ਦੇ ਵਾਇਰਸਿਸ ਡਿਫਰੈਂਟ ਨੇ, ਬੈਕਟੀਰੀਆ ਦੇ ਵਾਇਰਸਿਸ ਡਿਫਰੈਂਟ ਨੇ। ਸੋ ਜਦੋਂ ਅਸੀਂ ਐਕਸਪੋਜ਼ ਕਰਦੇ ਹਾਂ ਤੇ ਉਹ ਬੈਕਟੀਰੀਆ ਨੂੰ ਹੀ ਮਾਰਦੇ ਨੇ, ਸਾਡੀ ਬਾਡੀ ਨੂੰ ਕੁਝ ਨਹੀਂ ਕਹਿੰਦੇ ਹੈਗੇ। ਇਹਦੀ ਡਿਸਕਵਰੀ 1917-18 ਚ ਹੋਈ ਸੀਗੀ ਰਿਵਰ ਗੰਗਾ ਤੋਂ, ਔਰ ਉਦੋਂ ਤੋਂ ਲੈ ਕੇ ਜਦ ਤੱਕ ਐਂਟੀਬਾਇਓਟਿਕ ਨਹੀਂ ਆਏ ਸੀਗੀ, ਇੱਕ ਤਰੀਕਾ ਸੀਗਾ ਟ੍ਰੀਟਮੈਂਟ ਦਾ ਕਿਸੇ ਵੀ ਇਨਫੈਕਸ਼ਨ ਦੇ ਲਈ, ਭਾਵੇਂ ਉਹ ਡਾਇਰੀਆ ਹੈ, ਭਾਵੇਂ ਉਹ ਵੂੰਡ ਇਨਫੈਕਸ਼ਨ ਹੈ, ਕੋਈ ਵੀ ਹੈਗਾ। ਪਰ ਜਦੋਂ ਐਂਟੀਬਾਇਓਟਿਕਸ ਆਈਆਂ ਦੇ ਵਰ ਸੋ ਪਾਵਰਫੁਲ, ਦੇ ਵਰ ਸੋ ਸਕਸੈਸਫੁਲ ਕਿ ਲੋਕਾਂ ਨੇ ਇਹਨੂੰ ਇੱਕ ਪਾਸੇ ਕਰਤਾ। ਹੁਣ ਇਸ 'ਚ ਫਿਰ ਇੰਟਰਸਟ ਦੁਆਰਾ ਤੋਂ ਆਇਆ ਹੈਗਾ ਕਿ ਵੀ ਅਸੀਂ ਇਹਨੂੰ ਕਿਉਂ ਨਾ ਯੂਜ਼ ਕਰੀਏ, ਔਰ ਜਿਹੜੀਆਂ ਵਰਲਡ ਓਵਰ ਸਟੱਡੀਜ਼ ਹੋਈਆਂ ਨੇ ਉਹਨਾਂ ਨੇ ਦਿਖਾਇਆ ਕਿ ਇਹ ਬਹੁਤ ਇਫੈਕਟਿਵ ਹੈਗਾ। ਜਿਹੜਾ ਬੈਕਟੀਰੀਆ ਡਰਗ ਨੂੰ ਨਹੀਂ ਰਿਸਪੌਂਡ ਕਰ ਰਿਹਾ, ਐਂਟੀਬਾਇਓਟਿਕ ਨੂੰ ਨਹੀਂ ਰਿਸਪੌਂਡ ਕਰ ਰਿਹਾ, ਉਹ ਬੈਕਟੀਰੀਓਫਾਜ ਉਸ 'ਤੇ ਵਰਕ ਕਰ ਜਾਂਦਾ ਹੈਗਾ। ਸੋ ਇਹਨੂੰ ਇੱਕ ਨਵੀਂ ਸਕੀਮ ਬਣਾ ਕੇ ਵੀ ਅਸੀਂ ਇਹਦੇ ਨਾਲ ਇਨਫੈਕਸ਼ਨ ਟ੍ਰੀਟ ਕਰੀਏ। ਸੋ ਸਾਡੀ ਲੈਬੋਰਟਰੀ ਨੇ ਕਈ ਸਾਲਾਂ ਤੋਂ ਇਹ ਕੰਮ ਚੱਲ ਰਿਹਾ ਹੈਗਾ। ਰੀਸੈਂਟਲੀ ਅਸੀਂ ਇਹਨੂੰ ਦਿਖਾਇਆ ਹੈਗਾ ਕਿ ਜੇ ਅਸੀਂ ਇਹਨੂੰ ਕਿਸੇ ਵੀ ਜ਼ਖਮ 'ਤੇ ਇਨਫੈਕਸ਼ਨ ਹੋ ਗਿਆ ਹੈਗਾ, ਅੱਛਾ ਇਹ ਬੈਕਟੀਰੀਆ ਦੇ ਸਪੈਸੀਫਿਕ ਹੁੰਦੇ ਨੇ ਕਿ ਇੱਕ ਬੈਕਟੀਰੀਆ ਨੂੰ ਟਾਰਗੇਟ ਕਰਨਾ ਤਾਂ ਉਹਦੇ ਲਈ ਹੈਗੇ ਨੇ। ਸੋ ਅਸੀਂ ਉਹਦੇ ਲਈ ਇੱਕ ਪੱਟੀ ਬਣਾਈ ਹੈਗੀ ਹੈ ਜਿੱਥੇ ਅਸੀਂ ਐਂਟੀਬਾਇਓਟਿਕ ਦੀ ਥਾਂ 'ਤੇ ਬੈਕਟੀਰੀਓਫਾਜ ਨੂੰ ਪੱਟੀ ਦੇ ਉੱਤੇ ਲਾ ਦਿੰਦੇ ਹਾਂ ਔਰ ਫਿਰ ਉਹ ਜ਼ਖਮ 'ਤੇ ਲਾ ਦਿੰਦੇ ਹਾਂ। ਤੇ ਉਹਦੇ ਨਾਲ ਕੀ ਹੁੰਦਾ ਹੈਗਾ ਕਿ ਬੈਕਟੀਰੀਓਫਾਜ ਆਟੋਮੈਟਿਕਲੀ ਜਦੋਂ ਬੈਕਟੀਰੀਆ ਹੁੰਦਾ ਉਹਦੇ ਅੰਦਰ ਘੁਸ ਜਾਂਦਾ ਹੈਗਾ ਔਰ ਉਹਨੂੰ ਖਤਮ ਕਰ ਦਿੰਦਾ ਹੈ। ਇੱਦਾਂ ਕਰਕੇ ਉਹ ਮਲਟੀਪਲਾਈ ਕਰਦਾ ਰਹਿੰਦਾ ਹੈਗਾ, ਨੰਬਰ ਉਹਦਾ ਵੱਧਦਾ ਰਹਿੰਦਾ ਹੈਗਾ ਜਦ ਤੱਕ ਬੈਕਟੀਰੀਆ ਉੱਥੇ ਪ੍ਰੈਜ਼ੈਂਟ ਹੈਗਾ, ਔਰ ਜਦੋਂ ਖਤਮ ਹੋ ਗਿਆ ਤੇ ਬਿਮਾਰੀ ਖਤਮ ਹੋ ਜਾਂਦੀ ਹੈ। ਇੱਕ ਡਾਕਟਰ ਸਾਹਿਬ ਹੋਰ ਚੀਜ਼ ਦੱਸੋ ਕਿ ਜਿਵੇਂ ਇਹ ਬੈਕਟੀਰੀਆ ਦੇ ਜੇ ਕਹੀਏ ਕਿ ਕੋਈ ਜ਼ਖਮ ਹੈ, ਇਹਦੇ ਵਿੱਚ ਇਹ ਵੀ ਕੀ ਚੀਜ਼ ਦੇਖੀ ਜਾਂਦੀ ਹੈ ਕਿ ਜ਼ਖਮ ਕਿਸ ਤਰ੍ਹਾਂ ਦਾ ਹੈ, ਕੋਈ ਜਲੇ ਦਾ ਹੈ, ਕੋਈ ਸੱਟ ਦਾ ਹੈ, ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਜ਼ਖਮ ਹੋਵੇ ਇਹਦੇ ਵਿੱਚ ਇਹ ਡਿਟੈਕਟ ਕਰਨ ਦੀ ਲੋੜ ਨਹੀਂ ਪੈਂਦੀ? ਨਹੀਂ, ਲੋੜ ਹੈ ਹੀ ਨਹੀਂ। ਸਾਸੀ ਤਾਂ ਬੈਕਟੀਰੀਅਲ ਇਨਫੈਕਸ਼ਨ ਕਰਨਾ ਨਾ, ਭਾਵੇਂ ਉਹ ਸੱਟ ਕਰਕੇ ਲੱਗਿਆ, ਭਾਵੇਂ ਉਹ ਜਲਨ ਕਰਕੇ ਲੱਗਿਆ, ਉੱਥੇ ਆ ਕੇ ਬੈਕਟੀਰੀਆ ਨੂੰ ਇੱਕ ਥਾਂ ਮਿਲ ਜਾਂਦੀ। ਦੇਖੋ ਸਕਿਨ ਹੈਗੀ ਹੈ ਨਾ, ਇਹਨੂੰ ਪ੍ਰੋਟੈਕਟਿਵ ਲੇਅਰ ਕਹਿੰਦੇ ਆ, ਕੋਈ ਬੈਕਟੀਰੀਆ ਇਹਦੇ ਅੰਦਰ ਘੁਸ ਨਹੀਂ ਸਕਦਾ। ਪਰ ਜੇ ਇੱਕ ਵਾਰੀ ਉਹ ਟੁੱਟ ਗਈ, ਇੱਕ ਵਾਰੀ ਉਹ ਖਰਾਬ ਹੋ ਗਈ, ਫਿਰ ਬੈਕਟੀਰੀਆ ਨੂੰ ਬੜਾ ਅੱਛਾ ਸਿਸਟਮ ਮਿਲ ਜਾਂਦਾ, ਇੱਥੇ ਆ ਕੇ ਉਹ ਗਰੋ ਕਰਦੇ ਨੇ, ਫਲਰਿਸ਼ ਕਰਦੇ ਨੇ ਔਰ ਇਨਫੈਕਸ਼ਨ ਕਾਜ਼ ਕਰਦੇ ਨੇ। ਸੋ ਸਾਡਾ ਮੇਨ ਟਾਰਗੇਟ ਹੁੰਦਾ ਬੈਕਟੀਰੀਆ ਟਾਰਗੇਟ ਹੈਗਾ। ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਭਾਵੇਂ ਉਹ ਸੱਟ ਲੱਗੀ ਹੈ ਨਾਰਮਲ ਉਸ 'ਚ ਜਾਂ ਬੰਦਾ ਜਲ ਗਿਆ ਉੱਥੇ ਇਨਫੈਕਸ਼ਨ ਹੋ ਗਿਆ ਹੈਗਾ, ਉਹਦਾ ਕੋਈ ਨਾਲ ਨਹੀਂ ਹੈਗਾ। ਬਸ ਇਹ ਹੈ ਕਿ ਵੀ ਸਾਨੂੰ ਬੈਕਟੀਰੀਆ ਨੂੰ ਖਤਮ ਕਰਨਾ ਹੈ ਔਰ ਉਹਦੇ ਲਈ ਫਿਰ ਅਸੀਂ ਇਹ ਸਟ੍ਰੈਟਜੀ ਯੂਜ਼ ਕਰ ਰਹੇ ਹਾਂ। ਡਾਕਟਰ ਸਾਹਿਬ, ਜਦੋਂ ਤੁਸੀਂ ਕਹਿ ਰਹੇ ਹੋ 1917-18 ਚ ਇਹ ਸਾਹਮਣੇ ਆਈ ਸੀ ਚੀਜ਼, ਇਹ ਬੈਕਟੀਰੀਆ ਦਾ ਜਿਹੜਾ ਪੂਰਾ ਫਾਰਮੂਲਾ ਸਾਹਮਣੇ ਆਇਆ ਸੀਗਾ, ਫਿਰ ਉਸ ਸਮੇਂ ਦੇ ਦੌਰਾਨ ਐਂਟੀਬਾਇਓਟਿਕਸ ਨੂੰ ਕਿਉਂ ਜਗ੍ਹਾ ਦਿੱਤੀ ਗਈ? ਕਾਰਨ ਕੀ ਸੀਗਾ? ਕਿਉਂਕਿ ਇਹਦੇ ਉੱਤੇ ਤਾਂ ਦੇਖਿਆ ਜਾਵੇ ਇਹ ਤਾਂ ਸਗੋਂ ਤੋਂ ਜ਼ਿਆਦਾ ਸੌਖੀ ਚੀਜ਼ ਸੀਗੀ, ਫਿਰ ਉਹਨਾਂ ਨੇ ਜਗ੍ਹਾ ਕਿਵੇਂ ਲੈ ਲਈ? ਇੱਕ ਤੇ ਬੜਾ ਐਂਟੀਬਾਇਓਟਿਕ ਬੜੀ ਪਾਵਰਫੁਲ ਹੈਗੀ ਹੈ। ਉਹ ਜਿਹਨੂੰ ਕਹਿੰਦੇ ਨੇ ਨਾ ਕਿ
ਕਈ ਆਰਗੇਨਿਜ਼ਮਸ ਨੂੰ ਕਵਰ ਕਰ ਲੈਂਦੀ ਹੈਗੀ ਹੈ। ਇਹ ਬੈਕਟੀਰੀਓਫਾਜ ਜਿਹੜਾ ਇੱਕ ਸਪੈਸੀਫਿਕ ਬੈਕਟੀਰੀਆ ਲਈ ਹੁੰਦਾ ਹੈਗਾ, ਤੇ ਇਸ ਕਰਕੇ ਦੈਟ ਇਜ਼ ਦੀ ਬੇਸਿਕ ਪ੍ਰੋਬਲਮ ਕਿ ਸਾਨੂੰ ਇੱਕ ਚੀਜ਼ ਨੂੰ ਨਹੀਂ ਮਾਰਨਾ। ਕਈ ਵਾਰੀ ਇਨਫੈਕਸ਼ਨ ਮਲਟੀਪਲ ਹੁੰਦਾ ਹੈਗਾ, ਉਹਦੇ ਫਾਇਦੇ ਵੀ ਨੇ, ਉਹਦੇ ਨੁਕਸਾਨ ਵੀ ਨੇ। ਅਸੀਂ ਬ੍ਰੌਡ ਸਪੈਕਟਰਮ ਕਹਿੰਦੇ ਆ, ਐਂਟੀਬਾਇਓਟਿਕਸ ਆਰ ਬ੍ਰੌਡ ਸਪੈਕਟਰਮ, ਕਿਉਂਕਿ ਬੈਕਟੀਰੀਓਫਾਜਸ ਆਰ ਨੈਰੋਸ ਨੂੰ ਟਾਰਗੇਟ ਕਰਦੇ। ਇਹਦੇ ਫਾਇਦੇ ਵੀ ਨੇ, ਇਹਦੇ ਨੁਕਸਾਨ ਵੀ ਨੇ। ਫਾਇਦਾ ਇਹਦਾ ਇਹ ਹੈ ਕਿ ਵੀ ਸਾਡੀ ਬਾਡੀ 'ਚ ਹੈ, ਪਰ ਜਦੋਂ ਅਸੀਂ ਐਂਟੀਬਾਇਓਟਿਕ ਖਾਂਦੇ ਹਾਂ ਇਹ ਹੈ ਕਿ ਇਹ ਅਸੀਂ ਜਿਹੜੇ ਆਰਗੇਨਿਜ਼ਮ ਨੂੰ ਟਾਰਗੇਟ ਕਰ ਰਹੇ ਹਾਂ ਵਿਦ ਦਿਸ ਬੈਕਟੀਰੀਓਫਾਜ, ਉਹਨੂੰ ਜਾ ਕੇ ਖਤਮ ਕਰੇਗਾ। ਸੋ ਦੈਟ ਇਜ਼ ਦੀ ਐਡਵਾਂਟੇਜ। ਡਾਕਟਰ ਸਾਹਿਬ ਇੱਕ ਚੀਜ਼ ਹੋਰ ਦੱਸ ਦਿਓ ਕਿ ਜਦੋਂ ਇਹ ਚੀਜ਼, ਕਿਉਂਕਿ ਤੁਹਾਡੀ ਸਟੱਡੀ ਹੈ, ਦੇਖਿਆ ਜਾਵੇ ਆਉਣ ਵਾਲੇ ਭਵਿੱਖ ਦੇ ਵਾਸਤੇ ਇੱਕ ਬਹੁਤ ਵੱਡੀ ਦੇਣ ਹੋਏਗੀ, ਇਹਦੇ ਉੱਤੇ ਜਿਵੇਂ ਹੁਣ ਤੁਸੀਂ ਸਾਰਾ ਸਰਚ ਕਰਤੀ ਹੈਗੀ ਹੈ, ਜਦ ਜੇ ਇਹ ਮਾਰਕੀਟ 'ਚ ਕੱਲ੍ਹ ਨੂੰ ਜਾਂਦੀ ਹੈ, ਕੋਈ ਨੋਰਮਲੀ ਜੇ ਦੇਖਿਆ ਜਾਵੇ ਰੇਟਸ ਕਿੰਨੀ ਕੁ ਮਹਿੰਗੀ, ਇਹ ਕਿੰਨੀ ਕੁ ਜ਼ਿਆਦਾ ਹੋਏਗੀ? ਚਲੋ ਕੰਪਨੀ ਬੇਸ਼ੱਕ ਆਪਣਾ ਅਲੱਗ ਕੋਈ ਰੱਖੇ, ਪਰ ਜਿਵੇਂ ਤੁਸੀਂ ਕਰੀਏ ਸਟੱਡੀ, ਕਿੰਨਾ ਕੁ ਮਟੀਰੀਅਲ ਖਰਚ ਹੋਇਆ ਹੋਊਗਾ, ਤਾਂ ਤੁਸੀਂ ਕੀ ਸਮਝਦੇ ਹੋ ਅਮੂਮਨ ਆਮ ਬੰਦੇ ਦੇ ਇਹ ਰੇਂਜ 'ਚ ਰਹੇਗੀ? ਬਿਲਕੁਲ, ਇਹ ਤੇ ਬਹੁਤ ਸਸਤਾ ਕੰਮ ਹੋਏਗਾ। ਔਰ ਅੱਜ ਕੱਲ ਦੂਜੇ ਦੇਸ਼ਾਂ 'ਚ, ਅਮਰੀਕਾ ਵਗੈਰਾ 'ਚ ਇਹਨੂੰ ਪਰਸਨਲਾਈਜ਼ਡ ਥੈਰੇਪੀ ਕਹਿੰਦੇ ਨੇ, ਵੀ ਪੇਸ਼ੈਂਟ ਕੋਲੋਂ ਹੀ ਬੈਕਟੀਰੀਆ ਕੱਢਿਆ, ਉਹਦੇ ਅਗੇਂਸਟ ਹੀ ਫਾਜ ਕੱਢਿਆ, ਉਹਦੇ ਨਾਲ ਟਰੀਟ ਕਰਤਾ ਹੈਗਾ। ਸੋ ਇਹ ਬਹੁਤ ਸਸਤਾ ਟਰੀਟਮੈਂਟ ਹੋਏਗਾ। ਜਿਹੜੀਆਂ ਇੱਕ ਇਲਾਵਾ ਇੰਸਟੀਚਿਊਟ ਹੈਗਾ ਰਸ਼ੀਆ ਦੇ ਕੋਲ ਹੈਗਾ, ਉਹਦੇ 'ਚ ਹਜੇ ਵੀ ਬੈਕਟੀਰੀਓਫਾਜ ਥੈਰੇਪੀ ਉਹਨਾਂ ਨੇ ਰੱਖੀ, ਉਹ ਅੱਜ ਵੀ ਦੇ ਰਹੇ ਨੇ ਟਰੀਟਮੈਂਟ। ਔਰ ਲੋਕਾਂ ਨੇ ਜੋ ਉੱਥੇ ਜਾ ਕੇ ਇਲਾਜ ਕਰਾਇਆ, ਇੰਨਾ ਸਸਤਾ ਪੈਂਦਾ ਹੈਗਾ ਕੰਪੇਅਰ ਟੂ ਜੋ ਸਾਡੇ ਹੋਰ ਡਿਜ਼ੀਜ਼ਸ ਨੂੰ ਟਰੀਟ ਕਰਨ 'ਚ ਪੈਸਾ ਲੱਗਦਾ ਹੈਗਾ। ਸੋ ਇਹ ਬਹੁਤ ਸਸਤਾ ਹੋਏਗਾ ਇਹ ਟਰੀਟਮੈਂਟ, ਔਰ ਕਾਮਨ ਮੈਨ ਲਈ ਅਫੋਰਡੇਬਲ ਹੋਏਗਾ। ਇੱਕ ਲਾਸਟ ਇਹਨਾਂ ਦੱਸ ਦਿਓ ਕਿ ਇਹ ਫਿਰ ਤੁਸੀਂ ਸਟੱਡੀ ਭੇਜ ਚੁੱਕੇ ਹੈਗੇ ਹੋ, ਇਹਦੇ ਤੇ ਵਰਕ ਜਿਹੜਾ ਅੱਗੇ ਵਾਸਤੇ ਹੈ ਕਿ ਮਾਰਕੀਟ 'ਚ ਜਲਦ ਆਵੇ, ਇਹ ਚੀਜ਼ ਲੋਕਾਂ ਨੂੰ ਫਾਇਦਾ ਹੋਵੇ, ਉਹ ਪ੍ਰੋਸੈਸ ਸ਼ੁਰੂ ਹੋ ਚੁੱਕੇ? ਹਾਂਜੀ, ਉਹ ਕਲੀਨਿਕਲ ਸਟੱਡੀਜ਼ ਕਰਨੀਆਂ ਨੇ ਹੁਣ। ਇੱਕ ਵਾਰੀ ਕਲੀਨਿਕਲ ਸਟੱਡੀਜ਼ ਕਨਫਰਮ ਹੋ ਜਾਏਗਾ, ਹਿਊਮਨ ਬੀਂਗਸ 'ਚ ਵੀ ਟੈਸਟ ਕਰਕੇ, ਪੇਸ਼ੈਂਟ 'ਚ ਵੀ, ਫਿਰ ਇਹ ਮਾਰਕੀਟ 'ਚ ਆਉਣ ਤੋਂ ਪਹਿਲਾਂ ਫਾਰਮਾਸਿਊਟੀਕਲ ਇੰਡਸਟਰੀ ਕੋਈ ਇਹਨੂੰ ਅਡਾਪਟ ਕਰੇਗੀ, ਉਹਨੂੰ ਲਾਰਜ ਸਕੇਲ ਤੇ ਬਣਾਏਗੀ, ਔਰ ਫਿਰ ਨੈਚੁਰਲੀ ਦਿਸ ਵਿਲ ਬੀ ਅਵੇਲੇਬਲ। ਬਿਲਕੁਲ ਕਹਿ ਸਕਦੇ ਹਾਂ ਕਿ ਜੋ ਚੀਜ਼ਾਂ ਤੋਂ ਅਸੀਂ ਛੱਡ ਕੇ ਅੱਗੇ ਵਧੇ ਸੀ, ਹੁਣ ਦੁਬਾਰੇ ਉੱਥੇ ਹੀ ਜਾਂਦੇ ਹੋਏ ਨਜ਼ਰ ਆਵਾਂਗੇ। ਪਰ ਇੱਕ ਗੱਲ ਹੈਗੀ ਹੈ ਕਿ ਆਮ ਲੋਕਾਂ ਵਾਸਤੇ ਇੱਕ ਵਰਦਾਨ ਸਾਬਿਤ ਹੋਏਗੀ ਇਹ ਸਟੱਡੀ ਪੂਰੀ, ਕਿਉਂਕਿ 10 ਤੋਂ 12 ਸਾਲ ਹੋ ਚੱਲੇ ਨੇ, ਡਾਕਟਰ ਛੱਬਰ ਹੋਰਾਂ ਨੇ ਲਗਾਤਾਰ ਇਹ 'ਤੇ ਮਿਹਨਤ ਕਰੀ ਹੈ, ਅਤੇ ਇਹਨਾਂ ਦੀ ਕੋਸ਼ਿਸ਼ਾਂ ਸਦਕਾ ਅੱਜ ਇਹ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਆਮ ਲੋਕਾਂ ਦੇ ਵਾਸਤੇ ਹੁਣ ਤਿਆਰ ਹੋ ਕੇ ਉਹਨਾਂ ਨੂੰ ਸੁਖਦ ਕਿਤੇ ਨਾ ਕਿਤੇ ਫੈਸਿਲਿਟੀ ਦਿੰਦੀ ਹੋਈ ਨਜ਼ਰ ਆਊਗੀ। ਪਰ ਕਹਿ ਸਕਦੇ ਹਾਂ ਕਿ ਆਖਰਕਾਰ ਜਿਹੜੀਆਂ ਚੀਜ਼ਾਂ ਅਸੀਂ ਛੱਡ ਕੇ ਅੱਗੇ ਵਧੇ ਸੀ, ਹੁਣ ਉਹਨਾਂ ਨੂੰ ਦੁਬਾਰੇ ਇਸਤੇਮਾਲ 'ਚ ਲਿਆਉਣ ਦੇ ਵਾਸਤੇ ਵੀ ਵਿਗਿਆਨਿਕਾਂ ਨੇ ਸ਼ੁਰੂ ਕਰ ਦਿੱਤੀਆਂ ਨੇ ਖੋਜਾਂ, ਤੇ ਆਉਣ ਵਾਲੇ ਭਵਿੱਖ ਦੀਆਂ ਸਿਰਜਣਾ ਜਿਹੜੀਆਂ ਸਾਡੀਆਂ ਪੁਰਾਣੀਆਂ ਖੋਜਾਂ ਹੁਣ ਕਰਦੀਆਂ ਹੋਈਆਂ ਨਜ਼ਰ ਆਉਣਗੀਆਂ। ਵੀਡੀਓ ਜਰਨਲਿਸਟ ਕਮਲ ਦੇ ਨਾਲ ਸਮੀਤ ਸਿੰਘ ਜੋਸ਼ੀ, ਡੇਲੀ ਪੋਸਟ ਪੰਜਾਬੀ। ਬਿਮਾਰੀਆਂ ਨੂੰ ਠੀਕ ਕਰਨ ਵਾਸਤੇ ਦੇਖਦੇ ਹਾਂ ਅਸੀਂ ਆਮ ਤੌਰ ਤੇ ਡਾਕਟਰ ਨੇ ਜਿਹੜੇ ਐਂਟੀਬਾਇਓਟਿਕ